अस्सलाम वालेकुम। ਕੀ ਹਾਲ ਹੈ ਦੋਸਤੋ, ਠੀਕ ਠਾਕ ਹੋ ਦੋਸਤੋ? ਅੱਜ ਗੱਲ ਕਰਨੀ ਹੈ ਆਪਾਂ ਸਟਾਕ ਮਾਰਕੀਟ ਤੇ ਕਿ ਸਟਾਕ ਮਾਰਕੀਟ ਕੀ ਹੈ। ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕਿ ਸਟਾਕ ਮਾਰਕੀਟ ਬੰਦਿਆਂ ਨੂੰ, ਮੇਰੇ ਰੰਗੇ ਜਿਹੜੇ ਅਨਪੜ੍ਹ ਬੰਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਸਟਾਕ ਮਾਰਕੀਟ ਕੀ ਹੈ। ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਇੱਕ ਨਾ ਸਿੰਪਲ ਜਿਹੇ ਤਰੀਕੇ ਨਾਲ ਸਮਝਾ ਦਿੰਦਾ ਕਿ ਸਟਾਕ ਮਾਰਕੀਟ ਕਿਹਨੂੰ ਕਹਿੰਦੇ ਨੇ। ਇੱਕ ਨਾ ਗਾਉਂ ਦੇ ਵਿੱਚ ਬੰਦਰ ਬਹੁਤ ਜ਼ਿਆਦਾ ਸਨ। ਕਿਸੇ ਬੰਦੇ ਨੇ ਸੋਚਿਆ ਕਿ ਯਾਰ ਇੱਥੇ ਬੰਦਰ ਬਹੁਤ ਜ਼ਿਆਦਾ ਨੇ ਤੇ ਹੋਵੇ ਨਾ ਤੇ ਇਹਨਾਂ ਬੰਦਰਾਂ ਤੋਂ ਪੈਸਾ ਕਮਾਇਆ ਜਾਵੇ, ਸਟਾਕ ਮਾਰਕੀਟ ਦਾ ਕੰਮ ਕੀਤਾ ਜਾਵੇ। ਉਸ ਬੰਦੇ ਨੇ ਇੱਕ ਆਪਣੇ ਅਸਿਸਟੈਂਟ ਨੂੰ ਨਾਲ ਲਿਆ ਤੇ ਪਿੰਡ 'ਚ ਆਣ ਕੇ ਉਹਨੇ ਐਲਾਨ ਕਰ ਦਿੱਤਾ ਕਿ ਜਿਹੜਾ ਬੰਦਾ ਇੱਕ ਬੰਦਰ ਪਕੜ ਕੇ ਲੈ ਕੇ ਆਏਗਾ ਨਾ, ਇੱਕ ਬੰਦਰ ਦੀ ਕੀਮਤ ਮੈਂ 10 ਰੁਪਏ ਮੁਕਰਰ ਕਰਨਾ। ਉਹ ਆਵਾਮ ਪੈ ਗਈ, ਉਹਨਾਂ ਨੇ ਪਕੜ ਕੇ ਬੰਦਰ ਉਹਨੂੰ ਦਿੱਤੇ। ਇੰਨਾ ਬੰਦਰ ਉਹਨੇ ਲੈ ਲਿਆ, ਉਹਨੇ 1200-1300 ਬੰਦਰ ਜਮ੍ਹਾਂ ਕਰ ਲਿਆ। ਬੰਦਰ ਸ਼ਾਰਟ ਹੋ ਗਏ, ਵਿਰਲੇ ਵਾਂਝੇ ਬੰਦਰ ਰਹਿ ਗਏ। ਉਹਨੂੰ ਪਤਾ ਲੱਗ ਗਿਆ ਕਿ ਮੇਰਾ ਬਿਜ਼ਨਸ ਥੋੜ੍ਹਾ ਜਿਹਾ ਡਾਊਨ ਹੋਣ ਲੱਗ ਪਿਆ। ਉਹਨੇ ਕੀ ਕੰਮ ਕੀਤਾ, ਉਹਨੇ ਫਿਰ ਐਲਾਨ ਕੀਤਾ ਕਿ ਹੁਣ ਜਿਹੜਾ ਬੰਦਾ ਬੰਦਰ ਲੈ ਕੇ ਆਏਗਾ ਨਾ, ਇੱਕ ਬੰਦਰ ਦੇ ਉਹਨੂੰ ਮੈਂ 15 ਰੁਪਏ ਦਾਂਗਾ। ਲੋਕੀ ਫਿਰ ਪੈ ਗਏ, ਲੋਕਾਂ ਨੇ ਜਾ ਕੇ ਛੁਪੇ ਹੋਏ ਜਿਹੜੇ ਬੰਦਰ ਸਨ ਉਹਨਾਂ 'ਚੋਂ ਬੰਦਰ ਫੜ ਕੇ ਲਿਆਂਦੇ, ਠੀਕ ਹੈ ਨਾ। ਫਿਰ ਬੰਦਰ ਬਿਲਕੁਲ ਇੱਕਾ ਦੁੱਕੇ ਰਹਿ ਗਏ। ਫਿਰ ਉਹਨੇ ਐਲਾਨ ਕੀਤਾ ਕਿ ਜਿਹੜਾ ਬੰਦਾ ਇੱਕ ਬੰਦਰ ਲੈ ਕੇ ਆਏਗਾ ਉਹਨੂੰ 30 ਰੁਪਏ ਦਿੱਤੇ ਜਾਣਗੇ। ਲੋਕੀ ਫਿਰ ਵੀ ਜਨਾਬ ਪੈ ਗਏ ਤੇ ਲੋਕਾਂ ਨੇ ਮਿੰਟੋ ਮਿੰਟੀ ਬੰਦਰ ਲਿਆ ਕੇ, ਅੱਛਾ ਬੰਦਰ ਸ਼ਾਰਟ ਹੋ ਗਿਆ, ਬੰਦਰ ਲੱਭੇ ਹੀ ਕੋਨਾ। ਉਹਦੇ ਜਿਹੜੇ ਕੈਟੇਜ ਸਨ, ਉਹਦੇ ਜਿਹੜੇ ਪਿੰਜਰੇ ਸਨ ਨਾ, ਉਹ ਬੰਦਰਾਂ ਨਾਲ ਭਰ ਗਏ। ਉਹਦੇ ਕੋਲ ਸਟਾਕ ਜਮ੍ਹਾਂ ਹੋ ਗਿਆ ਕੋਈ 1400-1500 ਬੰਦਰ ਦਾ। ਫਿਰ ਉਹਨੇ ਇੱਕ ਐਲਾਨ ਕੀਤਾ, ਉਹਨੇ ਇੱਕ ਜਿਹੜੀ ਨਾ ਬੰਪਰ ਕਿਸਮ ਦੀ ਇੱਕ ਆਫਰ ਦਿੱਤੀ। ਉਹਨੇ ਕਿਹਾ ਜੀ ਮੇਰੇ ਕੋਲ ਹੁਣ ਗੋਲਡਨ ਚਾਂਸ ਹੈ ਤੁਹਾਡੇ ਲੋਕਾਂ ਵਾਸਤੇ। ਉਹਨੇ ਗੱਲਬਾਤ ਸੁਣਾਈ ਤਾਂ ਉਹਨੇ ਕਿਹਾ ਹੁਣ ਜਿਹੜਾ ਬੰਦਾ ਇੱਕ ਬੰਦਰ ਲੈ ਕੇ ਆਏਗਾ ਉਹਦੇ ਕੋਲ ਮੈਂ 50 ਰੁਪਏ ਦਾ ਬੰਦਰ ਖਰੀਦਾਂਗਾ। ਉਹਨਾਂ ਨੇ ਜਨਾਬ ਕੀ ਬੰਦ ਕੰਮ ਕੀਤਾ, ਆਵਾਮ ਪੈ ਗਈ, ਜਿੱਥੇ ਕਿਤੇ ਬੰਦਰ ਦੂਰੋਂ ਦੂਰੋਂ ਲਿਆ ਕੇ ਉਹਨੂੰ 50 ਰੁਪਈਆਂ ਦੇ ਵਿੱਚ ਬੰਦਰ ਦੇ ਦਿੱਤੇ ਗਏ। ਤੇ ਉਹਨੇ ਬੰਦਰ ਆਪਣੇ ਪਿੰਜਰਿਆਂ 'ਚ ਡੱਕੇ ਤੇ ਬੰਦਾ ਚਲਾ ਜਾਂਦਾ ਕਿਤੇ ਕੰਮ ਦੇ ਸਿਲਸਿਲੇ 'ਚ। ਉਹਨੇ ਕਿਹਾ ਮੈਂ ਚੱਲਾਂ ਵਾਂ, ਮੇਰਾ ਅਸਿਸਟੈਂਟ ਇੱਥੇ। ਅਸਿਸਟੈਂਟ ਨੇ ਕਿਹਾ ਜੀ ਕਿ ਇਹ ਜਿਹੜੀ ਜਮ੍ਹਾਂ ਪੂੰਜੀ ਹੈ ਨਾ ਮੇਰੇ ਬੌਸ ਦੀ, ਇਹ ਤਕਰੀਬਨ 1500 ਬੰਦਰ ਹੈ ਸਾਡੇ ਕੋਲ। ਉਹਨੇ ਕਿਹਾ ਕਿ ਬੌਸ ਨੇ ਹੁਣ ਬੰਦਰ ਖਰੀਦਣਾ ਤੁਹਾਡੇ ਕੋਲ 50 ਰੁਪਏ ਦਾ, ਲਿਹਾਜ਼ਾ ਮੈਂ ਤੁਹਾਨੂੰ ਲਾਨਾ ਵਾ 35 ਰੁਪਏ ਦਾ ਬੰਦਰ, ਤੁਸੀਂ ਮੇਰੇ ਕੋਲ ਖਰੀਦ ਲਵੋ। 4-5 ਦਿਨ ਤੱਕ ਬੌਸ ਨੇ ਆ ਜਾਣਾ ਤੇ ਬੌਸ ਦੇ ਕੋਲ ਫਿਰ ਤੁਸੀਂ ਜਿਹੜਾ ਨਾ ਇਹ 50-50 ਰੁਪਏ ਦਾ ਵੇਚ ਦਿਆ ਜੇ, ਬੌਸ ਤੁਹਾਡੇ ਕੋਲ ਖਰੀਦ ਲੇਗਾ। ਉਹਨਾਂ ਨੇ ਕਿਹਾ ਜੀ ਕਿ ਠੀਕ ਹੈ। ਲੋਕਾਂ ਨੇ ਘਰ 'ਚ ਜਿਹੜੀ ਸ਼ਾ ਪਈ ਸੀ, ਕੁਝ ਪੈਸੇ ਲਏ ਸਨ ਬੰਦਰਾਂ ਕੋਲ, ਉਹ ਲਏ, ਜਾਨਵਰ ਵੇਚੇ ਉਹਨਾਂ ਨੇ। 35 ਰੁਪਏ ਦਾ ਨਾ ਇੱਕ ਬੰਦਰ ਉਸ ਬੰਦੇ ਦੇ ਕੋਲੋਂ ਖਰੀਦ ਲਿਆ। ਉਹਨੇ 35 ਰੁਪਏ ਦਾ ਇੱਕ ਬੰਦਰ ਵੇਚ ਦਿੱਤਾ। ਪਬਲਿਕ ਨੇ ਵਾਪਸ ਉਹ ਬੰਦਰ ਸਾਰੇ ਲੈ ਲਏ। 35 ਰੁਪਈਆਂ ਦਾ ਬੰਦਰ ਵੇਚ ਕੇ ਲੋਕਾਂ ਨੇ ਸਟਾਕ ਕਰ ਲਏ, ਬੰਦਰਾਂ ਦੀ ਰਾਖੀ ਕਰਨ ਦੇ ਨੇ, ਬੰਦਰਾਂ ਨੂੰ ਖੁਰਾਕ ਪਾਉਣ ਦੇ ਨੇ। ਜਨਾਬ ਬੌਸ ਸਾਹਿਬ ਨੇ ਆਉਣਾ ਤੇ ਉਹਨੂੰ ਫਿਰ ਅਸੀਂ ਇਹ ਬੰਦਰ ਜਿਹੜੇ ਨਾ 50-50 ਰੁਪਏ ਵੇਚਾਂਗੇ ਤਾਂ ਕਿ ਅਸੀਂ 15-15 ਰੁਪਏ ਸਾਨੂੰ ਬੰਦਰ ਪਿੱਛੇ ਨਫਾ ਆਵੇਗਾ। ਲੈ ਫਿਰ ਉਹ ਜਿਹੜਾ ਸੀ ਨਾ ਅਸਿਸਟੈਂਟ, ਉਹਨੇ ਜਦੋਂ ਉਹ 35 ਰੁਪਏ ਦੇ ਹਿਸਾਬ ਸਾਰੇ ਪਿੰਜਰੇ ਖਾਲੀ ਕੀਤੇ, ਸਾਰਾ ਕੁਝ ਦਿੱਤਾ। ਲੋਕਾਂ ਨੇ ਪਿੰਜਰੇ ਵੀ ਖਰੀਦ ਲਏ ਨਾਲ ਬੰਦਰ ਰੱਖਣ ਵਾਸਤੇ। ਤੇ ਉਹ ਬੌਸ ਦਾ ਜਿਹੜਾ ਸੀ ਅਸਿਸਟੈਂਟ ਉਹ ਗਾਇਬ ਹੋ ਗਿਆ। ਜਦੋਂ ਉਹ ਬੰਦਾ ਗਾਇਬ ਹੋਇਆ, ਮੁੜ ਕੇ ਬਸ ਫਿਰ ਕਿੰਨੇ ਆਉਣਾ ਸੀ, ਨਾ ਬੌਸ ਤੇ ਨਾ ਅਸਿਸਟੈਂਟ। ਇਹੋ ਹੀ ਜੇ ਸਟਾਕ ਮਾਰਕੀਟ ਦਾ ਤਰੀਕਾ ਇਹ ਵੀ ਥੋੜ੍ਹਾ ਜਿਹਾ ਟਾਈ ਕੋਟ ਲਾ ਕੇ, ਥੋੜ੍ਹੇ ਜਿਹੇ ਵੈਲ ਡਰੈਸ ਹੋ ਕੇ ਪਬਲਿਕ 'ਚ ਆ ਗਿਆ ਚੀਜ਼ ਇੰਨੇ ਦੀ ਖਰੀਦਾਂਗੇ, ਤੁਹਾਡੇ ਕੋਲ ਖਰੀਦ ਲੈਣਗੇ, ਮੁੜ ਕੇ ਉਹਨੂੰ ਸਟਾਕ ਕਰ ਲੈਣਗੇ, ਤੁਹਾਨੂੰ ਇੰਨੇ ਦੀ ਵੇਚਾਂਗੇ। ਗੇਮ ਡਾਕੂ, ਠੱਗ, ਲਟੇਰੇ। ਠੀਕ ਹੈ। ਆਖਰ ਤੱਕ ਗੱਲ ਕਰਾਂਗਾ, ਸੂਦ ਕੋਲੋਂ ਬਚਣਾ, ਜ਼ਖੀਰਾ ਅੰਦੋਜ਼ੀ ਕੋਲੋਂ ਬਚਣਾ। ਅੱਲਾਹ ਤਾਲਾ ਦੀ ਜ਼ਾਤ ਨੇ ਜਿਹੜੇ ਮੁਰਦੇ ਦੇ ਵਿੱਚ ਇਹ ਜਿਹੜਾ ਡਿਕੰਪੋਜ਼ ਹੁੰਦੀ ਹੈ ਬਾਡੀ, ਬਦਬੂ ਪੈਦਾ ਕੀਤੀ ਹੈ ਤੇ ਬੜਾ ਚੰਗਾ ਕੰਮ ਕੀਤਾ ਹੈ। ਉਸ ਤੋਂ ਬਾਅਦ ਅੱਲਾਹ ਤਾਲਾ ਦੀ ਜ਼ਾਤ ਨੇ ਜਿਹੜਾ ਗੰਦਮ ਦੇ ਵਿੱਚ, ਦਾਣਿਆਂ ਦੇ ਵਿੱਚ ਕੀੜਾ ਪੈਦਾ ਕੀਤਾ, ਅੱਲਾ ਨੇ ਉਹ ਵੀ ਬੜਾ ਸੋਹਣਾ ਕੰਮ ਕੀਤਾ ਹੈ। ਕਿਉਂਕਿ ਅਗਰ ਕੀੜੇ ਪੈਦਾ ਨਾ ਕਰਦਾ ਤਾਂ ਲੋਕ ਹੀ ਸਾਰਾ ਕੁਝ ਜ਼ਖੀਰਾ ਕਰਕੇ ਰੱਖ ਲੈਂਦੇ, ਗਰੀਬ ਆਦਮੀ, ਤੇ ਮਰ ਜਾਂਦੇ ਭੁੱਖੇ। ਅਗਰ ਬਾਡੀ ਦੇ ਵਿੱਚ ਬਦਬੂ ਪੈਦਾ ਨਾ ਹੁੰਦੀ, ਬਾਡੀ ਡਿਕੰਪੋਜ਼ ਨਾ ਹੁੰਦੀ, ਤੇ ਲੋਕ ਆਪਣੇ ਪਿਆਰਿਆਂ ਦੀਆਂ ਬਾਡੀਆਂ ਜਿਹੜੀਆਂ ਨੇ ਘਰਾਂ 'ਚ ਰੱਖ ਲੈਂਦੇ, ਉਹਨਾਂ ਨੂੰ ਵੇਖੀ ਜਾਂਦੇ ਕਰਦੇ ਕਿ ਅੱਬਾ ਜੀ ਪਏ ਨੇ, ਭਾਈ ਜੀ ਪਏ ਨੇ, ਫਲਾਂ ਪਿਆ। ਠੀਕ ਹੈ। ਅੱਲਾਹ ਤਾਲਾ ਦੀਆਂ ਹਿਕਮਤਾਂ ਬਹੁਤ ਗਹਿਰੀਆਂ ਨੇ। ਦੁਆ ਹੈ ਕਿ ਅੱਲਾਹ ਤਾਲਾ ਸਾਨੂੰ ਸਿਰਾਤੇ ਮੁਸਤਕੀਮ 'ਤੇ ਚੱਲਣ ਦੀ ਤੌਫੀਕ ਦੇਵੇ, ਤੇ ਦੁਆ ਹੈ ਕਿ ਅੱਲਾਹ ਤਾਲਾ ਸਾਨੂੰ ਗਰੀਬਾਂ ਦਾ ਹੱਕ ਖਾਣ ਤੋਂ ਬਚਾਏ, ਯਤੀਮਾਂ ਦਾ ਹੱਕ ਖਾਣ ਤੋਂ ਬਚਾਏ। ਅੱਲਾਹ ਤਾਲਾ ਸਾਨੂੰ ਗਰੀਬਾਂ ਦੀ, ਮਸਕੀਨਾਂ ਦੀ, ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦੀ ਤੌਫੀਕ ਦੇ। ਵਸਲਾਮ, ਤੁਹਾਡਾ ਭਾਈ ਅਸਗਰ ਵਰਿਆ।